आवो सिख सतगुरु के प्यारे गावो सची बाणी बाणी तां गावो गुरु केरी बाणिया सिर बाणी जिन को नदर करम होवै हृदय तिना समाणी पीवो अमृत सदा रहो हर रंग जपयो सारंग पाणी कह नानक सदा गावो एहो सची बाणी अमृत बाणी हर हर तेरी सुन सुन होवै परम गत मेरी जलन बुझी शीतल होए मनुआ सतगुर का दर्शन पाए जियो साध संग जो तुम्ह मिलायो तो सुनी तुम्हारी बाणी आनंद पया पेखत ही नानक प्रताप पुरख निर्बाणी बेसुमार अथाह अगनत अतुल ज्यों बुलाबो त्यों नानक दास बोले। वाहिगुरु जी का खालसा वाहिगुरु जी की फतेह। परम सन्मानयोग धन धन बाला प्रीतम सतगुरु गुरु हरकृष्ण साहिब महाराज सच्चे पातशाह जी दे पावन दरबार गुरुद्वारा बंगला साहिब जी दे दर्शन दीदार कर रहे सतसंगीओ धनता योग हो जिथे आप जी ने सतगुरां दी अपार बख्शिश किरपा दे पात्र बनदिया होया बड़े ही सरदा प्यार सत्कार सहित जुगो जुग अटल बाणी के बोहित चवर तख्त दे मालिक साहिब श्री गुरु ग्रंथ साहिब महाराज जी दी पावन पवित्र हजूरी विच सजे हुए दीवान दियां हाजरियां भरदिया होया हजूर पातशाह जी दे कीरतनी जथे पासों अमृतमय बाणी धुर की बाणी आशा जी की वार दा रस पिना कीर्तन सरवण कर जिंदगी दे अमोलक समय नूं गुरु चरनां विच बैठ सफल कीता है। इस पावन दरबार दे नितनेम मर्यादा अनुसार जब लग शब्द न भेदी है क्यों सो है गुरुद्वार। सतगुरु धन गुरु ग्रंथ साहिब महाराज सच्चे पातशाह जी दे चल रही लड़ी वार विचार कथा नूं सरवण करन समय मन बिरतियां दी इकाग्रता वास्ते रसना नूं पवित्र करिए गज के कहिए सतनाम श्री वाहिगुरु। गुरु की संगत जो अज दा पावन उपदेश आपां गुरु चरनां विच बैठ सिंह साहिब जी पासों सरवण कीता है जुगो जुग अटल सतगुरु गुरु ग्रंथ साहिब महाराज जी दे पन्ना 857 58 ते सुशोभित है।
ਅੰਮ੍ਰਿਤ ਬਾਣੀ ਦੇ ਪ੍ਰਵਾਹ ਰਾਗ ਬਿਲਾਵਲ ਦੇ ਚੱਲ ਰਹੇ ਹਨ ਔਰ ਇਸ ਪਾਵਨ ਉਪਦੇਸ਼ ਨੂੰ ਜੋ ਸਾਨੂੰ ਸੰਸਾਰੀ ਜੀਵਾਂ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਭਗਤ ਬਾਣੀ ਸਦਨਾ ਜੀ ਕੀ ਭਾਵ ਸਦਨਾ ਨਾਮ ਦੀ ਜੀ ਦੇ ਭਗਤ ਦੇ ਇਹ ਉੱਤਮ ਸ੍ਰੇਸ਼ਟ ਬਚਨ ਹਨ। ਗੁਰੂ ਕੀ ਸੰਗਤ, ਜਿਨ੍ਹਾਂ ਸਤਿਪੁਰਖਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਿਆਰ ਸਨਮਾਨ ਸਤਿਕਾਰ ਮਿਲਿਆ, ਉਹਨਾਂ ਸ੍ਰੇਸ਼ਟ ਭਗਤਾਂ ਵਿੱਚੋਂ ਭਗਤ ਸਦਨਾ ਜੀ ਵੀ ਭਗਤ ਨਾਮਦੇਵ ਜੀ ਦੇ ਸਮਕਾਲੀ ਉਹਨਾਂ ਦੇ ਭਾਵ ਸੰਗਤ ਕਰਨ ਵਾਲੇ ਪੁਰਖਾਂ ਵਿੱਚੋਂ ਹੋਏ ਹਨ। ਜਦੋਂ ਅਸੀਂ ਭਗਤ ਬਾਣੀ ਦੇ ਵਿਆਖਿਆਕਾਰਾਂ ਨੂੰ, ਜਿਨ੍ਹਾਂ ਭਗਤ ਮਾਲਾ ਇਹ ਰਚਨਾ ਲਿਖੀ ਹੈ, ਉਹਨਾਂ ਦੀਆਂ ਰਚਨਾਵਾਂ ਪੜ੍ਹਦੇ ਹਾਂ, ਭਾਵੇਂ ਕਿ ਉਹਨਾਂ ਦੇ ਮਨਾਂ ਵਿੱਚ ਭਗਤ ਜਨਾਂ ਦੀ ਬਾਣੀ ਬਾਰੇ ਬੜਾ ਪਿਆਰ ਸਤਿਕਾਰ ਹੈ, ਕੋਈ ਦੋ ਰਾਵਾਂ ਨਹੀਂ, ਪਰ ਇਹ ਵੀ ਸੱਚਾਈ ਹੈ ਕਿ ਉਹਨਾਂ ਵਿਦਵਾਨਾਂ ਨੇ, ਕਥਾਵਾਚਕਾਂ ਨੇ ਮਹਾਂਪੁਰਖਾਂ ਦੀ ਅੰਮ੍ਰਿਤ ਬਾਣੀ ਦੀ ਵਿਆਖਿਆ ਕਰਨ ਸਮੇਂ ਇਨਸਾਫ ਨਹੀਂ ਕੀਤਾ। ਕੇਵਲ ਭਗਤ ਸਦਨਾ ਜੀ ਦੀ ਹੀ ਗੱਲ ਨਾ ਲਈਏ, ਜਿਤਨੇ ਮਹਾਂਪੁਰਖ ਭਗਤ ਜਨਾਂ ਦੀ ਅੰਮ੍ਰਿਤ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈ। ਭਗਤ ਕਬੀਰ ਜੀ ਦੇ ਬਾਰੇ ਉਸ ਸਮੇਂ ਦੇ ਧਾਰਮਿਕ ਪੁਰਖਾਂ ਨੇ, ਰਾਜਿਆਂ ਨੇ ਜਾਂ ਲੋਕਾਂ ਨੇ ਕਿਹੜੇ ਬਚਨ ਨਹੀਂ ਕਹੇ। ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ, ਇਸੇ ਤਰ੍ਹਾਂ ਭਗਤ ਸੈਨ ਜੀ, ਹੋਰ ਬੇਅੰਤ ਮਹਾਂਪੁਰਖ, ਉਹਨਾਂ ਵਿੱਚ ਭਗਤ ਸਦਨਾ ਜੀ ਦਾ ਵੀ ਜ਼ਿਕਰ ਆਉਂਦਾ ਹੈ। ਬੜੇ ਹੈਰਾਨ ਹੋਈਦਾ ਹੈ ਕਿ ਜਦੋਂ ਵਿਦਵਾਨ ਲੋਕ ਇਹਨਾਂ ਮਹਾਂਪੁਰਖਾਂ ਦੇ ਨਾਲ ਉਹੋ ਜਿਹੀਆਂ ਕਹਾਣੀਆਂ ਜੋੜ ਦਿੰਦੇ ਹਨ ਜਿਨ੍ਹਾਂ ਦਾ ਭਗਤ ਜਨਾਂ ਦੇ ਬਾਰੇ ਕੋਈ ਪਿਆਰ ਵਿਸ਼ਵਾਸ ਨਹੀਂ ਹੁੰਦਾ। ਇਸ ਅੰਮ੍ਰਿਤ ਬਾਣੀ ਨੂੰ, ਭਗਤ ਦੀ ਮਹਾਨ ਭਗਤੀ ਨੂੰ, ਜੀਵਨ ਨੂੰ ਸਮਝਣ ਵਾਸਤੇ ਉਹਨਾਂ ਦੇ ਆਪਣੇ ਹੀ ਭਜਨ ਸਾਨੂੰ ਪ੍ਰੇਰਨਾ ਦਿੰਦੇ ਹਨ। ਉਦਾਹਰਨ ਦੇ ਤੌਰ ਤੇ ਦਾਸ ਨੇ ਪਹਿਲਾਂ ਹੀ ਅਰਜ਼ ਕਰ ਦਿੱਤੀ ਹੈ, ਭਗਤ ਧੰਨਾ ਜੀ ਦੇ ਬਾਰੇ ਵੀ ਕਿ ਉਹ ਠਾਕੁਰ ਦੇ ਪੁਜਾਰੀ ਸਨ, ਪੱਥਰਾਂ ਦੇ ਪੂਜਕ ਸਨ। ਉਹਨਾਂ ਨੇ ਪਤਾ ਨਹੀਂ ਕਿਵੇਂ ਭਗਤੀ ਕੀਤੀ ਕਿ ਸਾਰੇ ਹੀ ਕਾਮ ਉਹਨਾਂ ਦੇ ਉਸੇ ਤਰ੍ਹਾਂ ਉਸ ਪੱਥਰ ਭਗਤ ਨਹੀਂ ਕਰ ਦਿੱਤੇ ਹਨ। ਮੁਆਫ ਕਰਨਾ, ਜਦੋਂ ਭਗਤ ਧੰਨਾ ਜੀ ਨੂੰ ਇਸ ਬਾਰੇ ਪੁੱਛਿਆ ਜਾਵੇ, ਕਿਉਂਕਿ ਅੰਮ੍ਰਿਤ ਬਾਣੀ ਦੀ ਵਿਆਖਿਆ ਅੰਮ੍ਰਿਤ ਬਾਣੀ ਹੀ ਕਰਦੀ ਹੈ, ਇਹ ਕਹਾਣੀਆਂ, ਇਹ ਸਾਖੀਆਂ ਹੋ ਸਕਦਾ ਹੈ ਅਸੀਂ ਕਿਸੇ ਅੰਨੀ ਸ਼ਰਧਾ ਵਿੱਚ ਗਲਤ ਤਰੀਕੇ ਨਾਲ ਪੇਸ਼ ਕਰ ਦਈਏ। ਔਰ ਗੁਰੂ ਕੀ ਸੰਗਤ, ਜਿਵੇਂ ਭਗਤ ਧੰਨਾ ਜੀ ਨੇ ਰੱਬ ਦੇ ਅੱਗੇ ਇੱਕ ਤਰਲਾ ਲਿਆ ਸੀ, ਗੋਪਾਲ ਤੇਰਾ ਆਰਤਾ। ਹੁਣ ਵੇਖੋ, ਸਾਡੀ ਵਿਦਵਤਾ ਸੀ ਆਰਤੀ ਨੂੰ ਆਰਤਾ ਦੇ ਵਿੱਚ ਬਦਲ ਦਿੱਤਾ ਕਿ ਭਗਤ ਜੱਟ ਸੀ, ਧੰਨਾ ਸੀ, ਭਾਵ ਉਹਨੇ ਜੱਟਾਂ ਵਾਲੀ ਬੋਲੀ ਵਰਤੀ ਕਿ ਇੱਥੇ ਵੀ ਉਹਨੂੰ ਅਗਿਆਨੀ ਤੇ ਮੂਰਖ ਦੱਸਣ ਦੀ ਬਾਰੇ ਕਿ ਕੋਈ ਗਿਆਨ ਨਹੀਂ, ਆਰਤੀ ਤੋਂ ਆਰਤਾ ਸ਼ਬਦ ਉਚਾਰਿਆ। ਮੁਆਫ ਕਰਨਾ ਗੁਰੂ ਕੀ ਸੰਗਤ, ਇੱਥੇ ਆਰਤੀ ਤੇ ਆਰਤੇ ਦੇ ਅਰਥਾਂ ਨੂੰ ਨਹੀਂ ਲੈਣਾ। ਇੱਥੇ ਭਗਤ ਜੀ ਇਹ ਗੱਲ ਕਹਿ ਰਹੇ ਹਨ, ਹੇ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਜੀਓ, ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲੇ ਗੋਪਾਲ ਪ੍ਰਭੂ ਜੀ, ਮੈਂ ਵੀ ਤੇਰੇ ਦਰ ਤੇ ਇੱਕ ਦੁਖਿਆਰਾ ਆਇਆ ਹਾਂ। ਜਿਵੇਂ ਦੁਖੀਆ ਦਰਦਵੰਦ ਦਰ ਆਇਆ, ਮੈਂ ਵੀ ਉਹਨਾਂ ਦੁਖੀਆਂ ਦੇ ਵਿੱਚੋਂ ਹਾਂ। ਮੈਂ ਸੁਣਿਆ ਹੈ ਮਹਾਂਪੁਰਖਾਂ ਦੇ ਪਾਸੋਂ, ਜਿਹੜਾ ਕੋਈ ਦੁਖੀ, ਕੋਈ ਲੋੜਵੰਦ, ਪਰੇਸ਼ਾਨੀਆਂ 'ਚ ਘਿਰਿਆ ਹੋਇਆ ਤੇਰੀ ਸ਼ਰਨ ਵਿੱਚ ਆ ਜਾਵੇ, ਤੁਸੀਂ ਉਹਨਾਂ ਦੇ ਦੁੱਖ ਦੂਰ ਕਰ ਦਿੰਦੇ ਹੋ, ਤੁਸੀਂ ਉਹਨਾਂ ਦੇ ਕਾਰਜ ਸਵਾਰ ਦਿੰਦੇ ਹੋ। ਜੋ ਜਨ ਤੁਮਰੀ ਭਗਤ ਕਰੰਤੇ, ਤਿਨ ਕੇ ਕਾਜ ਸਵਾਰਤਾ। ਦਾਸ ਨੂੰ ਇਸ ਕਰਕੇ ਇਹਨਾਂ ਭਗਤਾਂ ਦਾ ਵੀ ਜ਼ਿਕਰ ਕਰਨਾ ਪਿਆ
क्योंकि भगत सदना जी बारे भी साडे विद्वानां ने, जिन्हां विच पंडित तारा सिंह जी वर्गे ਗਿਆਨੀਆਂ ने अपने विचार दर्शाए हैं। भगत माला के लेखकां ने भी अपनियां विचारां, कोई उन्हां नूं कसाई कह रहा है, कोई उन्हां नूं साल ग्राम दे वटियां नाल मीट तोलण वाला दस रहा है, कोई मुसलमान कह रहा है, कोई हिंदू कह रहा है। मुआफ करना भगत जनां दा अपना ही नियारा धर्म भगती विच जुड़िया हुंदा है। और उन्हां महापुरखां दे जदों असीं भजन पढ़दे हां, उन्हां भी इहो ही भजन कहे हन जिवें बाकी भगतां ने भजन समझाए हन। रहाओ दे बंद विच भगत जी कह रहे हन, तव गुण कहाँ जगत गुरा। हे जगत दे स्वामी, हे सृष्टि दे सिरजनहार वाहिगुरु परमेश्वर जीओ, मैं तेरे चरनां विच अज हाजिर हो के एक बेनती कर रहा हूँ। जो कर्म न नासै सिंह सरन कत जाइए, जो जंबक गरासै। मेरे मालिक, मैं सुनिया है कि तुहाडी शरण विच आ जाइए ते साडे पहले कीते जितने माड़े कर्म हन वो सारे खत्म हो जाते हैं। मेरे मालिक वाहिगुरु, ते जे मैं अज तेरी शरण विच आ चुकिया हाँ, इन्हां लोगां ने मेरे ते की कई प्रकार दे भैड़े कर्मां बारे वचन कहे हन कि वो नाश नहीं हो सकते। मेरे मालिक वाहिगुरु, मेरे ते मेहर करो, किरपा करो। तुसीं मेरी लाज रखो अते अपने चरनां नाल जोड़ो, क्योंकि तुसीं सर्व शक्तिमान, जिन्हां दे अगे दुनिया दा कोई अवगण, कोई पाप, कोई विकार, वहम भरम कोई ज़्यादा अहमियत नहीं रखदा। जिवें कोई शेर ताकतवर दी शरण विच चलिया जावे ते शेर उस जीव दा रखिया पालक बन जावे ते उन्हों किसी गिदड़ां दे डर दी लोड़ नहीं रहिंदी। ते जे शेर दी शरण विच जाके भी कोई प्राणी भाव गिदड़ां तो डरदा फिरे तां शेर दी शरण कादी है। भगत जी इस वचन में सानू यही समझा रहे हैं, वाहिगुरु जी, मैं आप जी की शरण में आ चुकिया हूँ, मेरे ते कृपा करो। मैनू ये भी स्पष्ट पता चलता है महापुरखों की संगत करदिया, जिन्हां ने तुहाडे चरनां दा ओट आसरा लिया, जिन्हां ने तुहाडी भगती कीती, तुसीं उन्हां भगतां दे सारे गुण जिहड़े हन भाव अवगण गुणां विच बदल दिते हन। असी पहला ये अमृत वचन अमृत बाणी दे विच पढ़े आए हैं कि किस तरह जिहड़ा भगत जिस घर दे विच, नगर दे विच, देश दे विच पैदा हो जावे भगती करन वाला, उहदी बराबरता ना कोई राजा कर सकदा है, ना कोई धनवान पुरख कर सकता है, ना कोई सूरबीर जां इधर उधर का कोई तीर्थ यात्री कर सकता है। वो थां धनता जोग बन जाते हैं, वो कुल वो परिवार सन्मान जोग बन जाते हैं, जिवें कि पंचम पातशाह जी ने निर्णय करके दस दिता है। समय ने उस समय दे धार्मिक पुरखा ने भावें ना सतपुरखां भगत जनां नाल कोई इंसाफ नहीं किया, पर धन गुरु पंचम पातशाह जी ने अमृत बाणी दे विच सानू स्पष्ट रूप में समझा दिता है, दुनिया दे लोगों, जे कोई साडी नज़र विच अति सत्कारयोग महापुरख धनवान सानू कोई पुछे तां मैं तुहानू दसां, जो उन्होंने बड़े प्यार दे नाल भजन कहे हन कि देखो भगत कबीर जी वर्गे, भगत नामदेव जी वर्गे, गोबिंद 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 संग नाम दियो मन लीना, आड दाम को सीपरो होयो लाखीना,
ਤਨਨਾ ਬੁਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਨੀਚ ਕੁਲਾਂ ਜੋ ਲਾਹਰਾ ਭਇਓ ਗੁਨੀ ਗਹੀਰਾ। ਰਵਿਦਾਸ ਟਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ। ਪ੍ਰਗਟ ਹੋਆ ਸਾਧ ਸੰਗ ਤਿਨੀ ਦਰਸ਼ਨ ਪਾਇਆ। ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਨਿਆ। ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਨਿਆ। ਜਦੋਂ ਇਹਨਾਂ ਮਹਾਂਪੁਰਖਾਂ ਦੀ ਮਹਿਮਾ ਨੂੰ ਪੰਚਮ ਪਾਤਸ਼ਾਹ ਜੀ ਦੱਸਦੇ ਹਨ ਕਿ ਪੁਰਖੋ ਭਾਈ ਪੁਰਖ ਜਨੋ, ਐਵੇਂ ਭਗਤਾਂ ਤੇ ਇਹ ਅਸੀਂ ਆਪਣੀ ਅਕਲ ਦੇ ਨਾਲ ਕਹਾਣੀਆਂ ਸਾਖੀਆਂ ਨਾ ਮੜ ਦਈਏ ਕਿ ਉਹਨਾਂ ਨੇ ਇਸ ਤਰੀਕੇ ਨਾਲ ਰੱਬ ਨੂੰ ਪਾਇਆ। ਕਹਿਣ ਲੱਗੇ ਅਸੀਂ ਤੁਹਾਨੂੰ ਸਮਝਾਉਂਦੇ ਹਾਂ, ਇਹ ਜਿਤਨੇ ਵੀ ਮਹਾਂਪੁਰਖ ਭਗਤ ਜਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ, ਇਹ ਬੜੇ ਕਿਰਤੀ, ਬੜੇ ਮਿਹਨਤੀ, ਸੱਚ ਦੇ ਮਾਰਗ ਤੇ ਚੱਲਣ ਵਾਲੇ ਮਹਾਂਪੁਰਖਾਂ ਦੀ ਸੰਗਤ ਕਰਨ ਵਾਲੇ ਮਹਾਂਪੁਰਖ ਹੋਏ ਹਨ। ਭਗਤ ਧੰਨਾ ਜੀ ਨੇ ਵੀ ਇਹ ਭਜਨ ਸੁਣੇ ਸਨ। ਸੰਗਤ ਵਿੱਚ ਪਰਮੇਸ਼ਰ ਦੇ ਪਿਆਰਿਆਂ ਦੀ ਜਦੋਂ ਕਥਾ ਸੁਣੀ ਤੇ ਉਹਨੂੰ ਇਹ ਗਿਆਨ ਹੋਇਆ ਸੀ ਕਿ ਨਾਮਦੇਵ ਜੀ ਨੇ ਗੋਬਿੰਦ ਦਾ ਨਾਮ ਲਿਆ ਤੇ ਧਨ ਗਰੀਬ ਤੋਂ ਭਾਵ ਲੱਖਪਤੀਆਂ ਦੀ ਦੁਨੀਆ ਵਿੱਚ ਸਨਮਾਨਿਆ ਗਿਆ। ਕਬੀਰ ਦੀ ਜਾਤ ਉੱਤੇ ਲੋਕ ਹੱਸਦੇ ਸਨ। ਕਬੀਰ ਜੀ ਆਪ ਕਹਿੰਦੇ ਹਨ, ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ। ਪਰ ਭਗਤ ਕਬੀਰ ਜੀ ਇਹ ਗੱਲ ਗਵਾਹੀ ਭਰਦੇ ਹਨ, ਭਾਈ ਪੁਰਖ ਜਨੋ ਸੰਤਨ ਸੰਗ ਕਬੀਰਾ ਬਿਗੜਿਓ। ਸੋ ਕਬੀਰ ਰਾਮੈ ਹੋਏ ਨਿਬਰਿਓ। ਮੈਂ ਵੀ ਸੰਤ ਪੁਰਖਾਂ ਦੀ ਸੰਗਤ ਕਰਕੇ ਸਤ ਸੰਗਤ ਦੇ ਵਿੱਚ ਰੱਬੀ ਵਿਚਾਰ ਕਥਾ ਜੋ ਸੁਣਦਾ ਸੀ, ਮੈਨੂੰ ਗਿਆਨ ਹੋਇਆ ਤੇ ਮੈਂ ਵੀ ਉਸ ਵਾਹਿਗੁਰੂ ਪਰਮਾਤਮਾ ਦਾ ਨਾਮ ਸਿਮਰਿਆ ਤੇ ਅੱਜ ਲੋਕ ਮੈਨੂੰ ਪਿਆਰ ਦੇ ਨਾਲ ਭਗਤ ਜੀ ਕਹਿ ਕੇ ਸਨਮਾਨ ਕਰ ਰਹੇ ਹਨ। ਬਿਲਕੁਲ ਇਸੇ ਤਰ੍ਹਾਂ ਇਹ ਬਿਧ ਸੁਣ ਕੇ ਜਾਟਰੋ ਉਠ ਭਗਤੀ ਲਾਗਾ। ਇਹਨਾਂ ਮਹਾਂਪੁਰਖਾਂ ਦੀਆਂ ਸਾਖੀਆਂ ਨੂੰ, ਕਹਾਣੀਆਂ ਨੂੰ ਕਿ ਉਹਨਾਂ ਨੇ ਪਰਮੇਸ਼ਵਰ ਦਾ ਨਾਮ ਸਿਮਰਿਆ। ਪਰਮੇਸ਼ਰ ਦਾ ਨਾਮ ਸਿਮਰਨ ਨੀਵਿਆਂ ਨੂੰ ਉੱਚਿਆਂ ਬਣਾ ਦਿੰਦਾ ਹੈ। ਪਰਮੇਸ਼ਰ ਦਾ ਨਾਮ ਸਿਮਰਨ ਵਾਲੇ ਭਾਵ ਪਾਪੀਆਂ ਨੂੰ ਪਤਿਤ ਕਰ ਦਿੰਦਾ ਹੈ, ਪਵਿੱਤਰ ਬਣਾ ਦਿੰਦਾ ਹੈ। ਇਸ ਕਰਕੇ ਅਸੀਂ ਉਹਨਾਂ ਦੀ ਸ਼ਰਨ ਲਈ ਹੈ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਭਜਨ ਵਿੱਚ ਇਹੀ ਸਮਝਾ ਰਹੇ ਹਨ। ਭਗਤ ਧੰਨਾ ਜੀ ਆਪ ਇਹ ਗੱਲ ਕਹਿ ਰਹੇ ਹਨ, ਧੰਨੇ ਧਨ ਪਾਇਆ ਧਰਣੀ ਧਰ, ਧਰਤੀ ਦਾ ਆਸਰਾ ਸਹਾਰਾ। ਜੋ ਧਨਤਾ ਯੋਗ ਹੈ, ਜਿਹਦੀ ਪ੍ਰਾਪਤੀ ਹੋ ਜਾਵੇ ਤੇ ਕਿਸੇ ਪਦਾਰਥ ਦੀ ਕਮੀ ਹੀ ਨਹੀਂ ਰਹਿੰਦੀ। ਮਿਲ ਜਨ ਸੰਤ ਸਮਾਨਿਆ। ਸੰਤ ਪੁਰਖਾਂ ਦੀ ਸੰਗਤ ਕਰਕੇ, ਉਹਨਾਂ ਦੀ ਸੇਵਾ ਕਰਕੇ, ਉਹਨਾਂ ਦੇ ਪਵਿੱਤਰ ਬਚਨ ਗੁਣ ਧਾਰਨ ਕਰਕੇ ਮੈਂ ਵੀ ਉਸ ਵਾਹਿਗੁਰੂ ਪਰਮਾਤਮਾ ਨੂੰ ਉਹਦੀਆਂ ਖੁਸ਼ੀਆਂ ਦਾ ਪਾਤਰ ਬਣ ਚੁੱਕਿਆ ਹਾਂ, ਪਾ ਬੈਠਾ ਹਾਂ। ਬਿਲਕੁਲ ਇਸੇ ਤਰ੍ਹਾਂ ਭਗਤ ਸਦਨਾ ਜੀ ਵੀ ਸਾਨੂੰ ਸਮਝਾ ਰਹੇ ਹਨ ਕਿ ਭਾਈ ਜਿਸ ਦਿਨ ਮੈਂ ਉਸ ਵਾਹਿਗੁਰੂ ਪਰਮਾਤਮਾ ਜੀ ਦੀ ਸ਼ਰਨ ਲਈ ਤੇ ਮੇਰੇ ਮਾਲਕ ਨੇ ਮੈਨੂੰ ਜਿਹੜਾ ਇਹ ਭੈੜਾ ਮਨ ਪਹਿਲਾਂ ਵਿਕਾਰਾਂ ਦੇ ਵਿੱਚ ਭੱਜਿਆ ਫਿਰਦਾ ਸੀ, ਕਦੀ ਇੱਧਰ ਉੱਧਰ ਦੀ ਚੁਗਲੀ ਨਿੰਦਿਆ ਸੁਣਦਾ ਧਾਰਨੀ ਬਣ ਗਿਆ ਸੀ, ਭੈੜੇ ਕਰਮ ਕਰਨ ਲਈ ਭੱਜਿਆ ਫਿਰਦਾ ਸੀ, ਮੇਰੇ ਮਾਲਕ ਨੇ ਇਸ ਮਨ 'ਤੇ ਆਪਣੀ ਮਿਹਰ ਬਖਸ਼ਿਸ਼ ਕਰ ਦਿੱਤੀ। ਮਨ ਵਸੇ ਆਵੇ ਨਾਨਕਾ ਜੋ ਪੂਰਨ ਕਿਰਪਾ ਹੋਏ। ਹੁਣ ਮੇਰੇ ਤੇ ਮੈਨੂੰ ਮਾਲਕ ਨੇ ਮੈਨੂੰ ਉਹਨਾਂ ਔਗਣਾਂ ਤੋਂ ਬਚਾ ਲਿਆ ਹੈ। ਬਿਲਕੁਲ ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਹਨ, ਭਗਤ ਕਬੀਰ ਜੀ ਨੇ ਵੀ ਇਸੇ ਪਾਵਨ ਸ਼ਬਦ ਦੀ ਵਿਚਾਰਧਾਰਾ ਅਨੁਸਾਰ ਬਚਨ ਸਮਝਾਏ ਹਨ। ਕਈ ਵਾਰੀ ਅਸੀਂ ਆਪਣੀਆਂ ਕਮਜ਼ੋਰੀਆਂ ਕਰਕੇ ਸਮਾਜ ਨੂੰ ਬੁਰਾ ਭਲਾ ਕਹਿ ਕੇ ਸਮਾਜ ਨੂੰ ਹੀ ਤਿਆਗ ਕੇ ਦੂਰ ਚਲੇ ਜਾਂਦੇ ਹਨ। ਖਾਸ ਕਰਕੇ ਉਹ ਲੋਕ ਜਿਹੜੇ ਆਪਣੇ ਆਪ ਨੂੰ ਧਰਮੀ ਸਮਝਦੇ ਹਨ, ਆਪਣੇ ਆਪ ਨੂੰ ਸਮਾਜ ਨਾਲੋਂ ਚੰਗਾ ਸਮਝਣ ਲੱਗ ਪੈਂਦੇ ਹਨ। ਗਰੇਹ ਬਨ ਤਜ ਖੰਡ ਜਾਈਏ ਚੁਨ ਖਾਈਏ ਕੰਦਾ, ਅਜੋ ਬਿਕਾਰ ਨ ਸੋਡਈ ਪਾਪੀ ਮਨ ਮੰਦਾ। ਇਹ ਪਾਪੀ ਮਨ
ਜਿਨੇ ਪ੍ਰਾਣੀ ਨੂੰ ਘਰ ਦੇ ਵਿੱਚੋਂ ਬਾਹਰ ਤਾਂ ਕਢਾ ਦਿੱਤਾ, ਜੰਗਲਾਂ ਵਿੱਚ ਜਾ ਕੇ ਗਾਜਰਾਂ ਮੂਲੀਆਂ ਜਾਂ ਪੱਤੇ ਖਾ ਕੇ ਵੀ ਗੁਜ਼ਾਰਾ ਕਰਨ ਲਈ ਮਜਬੂਰ ਕਰ ਦਿੱਤਾ, ਪਰ ਉੱਥੇ ਵੀ ਇਹਦੇ ਮਨ ਦੀਆਂ ਭੈੜੀਆਂ ਵਾਸਨਾਵਾਂ, ਵਿਸ਼ੇ ਵਿਕਾਰ, ਔਗਣ ਜਿਹੜੇ ਸਨ ਉਹ ਦੂਰ ਨਹੀਂ ਹੋਏ। ਭਗਤ ਜੀ ਉੱਥੇ ਵੀ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਆਉਣ ਦਾ ਮਹਾਤਮ ਦੱਸਦੇ ਹਨ। ਹੇ ਮੇਰੇ ਮਾਲਿਕ ਕਿਉਂ ਸੁਟੋ ਕੈਸੇ ਤਰੋਂ ਭਉ ਜਲ ਨਿਧ ਭਾਰੀ, ਰਾਖ ਰਾਖ ਮੇਰੇ ਬੀਠਲਾ ਜਨ ਸਰਨ ਤੁਮਾਰੀ। ਹੇ ਮੇਰੇ ਪ੍ਰਭੂ ਜੀ ਮੈਂ ਤੇਰੀ ਸ਼ਰਨ ਵਿੱਚ ਆ ਚੁੱਕਿਆ ਹਾਂ, ਮੇਰੀ ਪੈਜ ਰੱਖ। ਤੂੰ ਸਰਬ ਸ਼ਕਤੀਮਾਨ ਹੈ, ਤੂੰ ਸ਼ਕਤੀਆਂ ਦਾ ਮਾਲਿਕ ਸਿਰ ਹੈ। ਤੇਰੀ ਸ਼ਰਨ ਵਿੱਚ ਆ ਕੇ ਇਹ ਜਿਹੜੀ ਵਿਖੇ ਵਿਖੇ ਕੀ ਬਾਸਨਾ ਤਜੀ ਨਹਿ ਜਾਈ, ਅਨਕ ਯਤਨ ਕਰ ਰਾਖੀਐ ਫਿਰ ਲਪਟਾਈ। ਬੜੇ ਯਤਨ ਕਰੀਦੇ ਹਨ ਇਹਨਾਂ ਤੋਂ ਮੁਕਤ ਹੋਈਏ, ਪਰ ਇਹ ਭੈੜਾ ਮਨ ਫਿਰ ਉਸ ਪਾਸੇ ਤੁਰਿਆ ਜਾਂਦਾ ਹੈ। ਹੇ ਮੇਰੇ ਮਾਲਿਕ ਕਿਰਪਾ ਕਰੋ, ਜਰਾ ਜੀਵਨ ਜੋਬਨ ਗਿਆ ਕਿਸ ਕੀਆ ਨ ਨਿਕਾ। ਭਾਵ ਜਵਾਨੀ ਬਜ਼ੁਰਗੀ ਵਿੱਚ ਬਦਲ ਗਈ ਹੈ, ਅੱਜ ਤੱਕ ਕੁਝ ਚੰਗਾ ਨਹੀਂ ਕੀਤਾ। ਇਹ ਜੀਅਰਾ ਨਿਰਮੋਲ ਕੋ ਕੌਡੀ ਲਗਮੀਕਾ। ਇਹ ਜੋ ਜੀਵਨ ਜ਼ਿੰਦਗੀ ਅਮੋਲਕ ਮਿਲੀ ਸੀ, ਰਹਿਣ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਇਹ ਬਿਲਕੁਲ ਵਿਅਰਥ ਗਵਾ ਬੈਠੇ ਹਾਂ। ਜਿਵੇਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੰਮ੍ਰਿਤ ਬਚਨ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਆਕਾਰਥ ਕੀਨ, ਜਨਮ ਹੀ ਵਿਅਰਥ ਗਿਆ। ਸਪਸ਼ਟ ਹੁੰਦਾ ਹੈ ਕਿ ਇਹ ਮਨੁੱਖਾ ਜੀਵਨ ਜੋ ਸਾਨੂੰ ਅੰਮ੍ਰਿਤ ਬਾਣੀ ਪਿਆਰ ਦੇ ਨਾਲ ਸਮਝਾਉਂਦੀ ਹੈ, ਪ੍ਰਾਣੀ ਤੂੰ ਆਇਓ ਲਾਹਾ ਲੈਣ, ਲੱਗਾ ਕੇਤਕ ਫਕੜੇ, ਸਭ ਮੁਕਦੀ ਚੱਲੀ ਰਹਿਣ। ਜ਼ਿੰਦਗੀ ਰੂਪ ਰਾਤ ਖਤਮ ਹੋ ਰਹੀ ਹੈ। ਤੂੰ ਭੈੜੇ ਕੰਮਾਂ ਦੇ ਵਿੱਚ ਤਾਂ ਦਿਨ ਰਾਤ ਭੱਜਿਆ ਫਿਰ ਰਿਹਾ ਹੈ, ਪਰ ਜਿਹੜਾ ਸ਼ੁਭ ਕਰਮ ਕਰਨ ਵਾਸਤੇ ਤੂੰ ਆਇਆ ਸੀ, ਪ੍ਰਾਣੀ ਤੂੰ ਆਇਓ ਲਾਹਾ ਲੈਣ। ਭਈ ਪ੍ਰਾਪਤ ਮਾਨੁਖ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਭਗਤੀ ਲਹਿਰ ਦੇ ਵਿੱਚ ਤੇ ਗੁਰੂ ਕੀ ਲਹਿਰ ਜਿਹੜੀ ਚੱਲੀ ਹੈ ਪੰਜਾਬ ਦੀ ਧਰਤੀ ਤੇ, ਗੁਰੂ ਪਿਆਰਿਓ, ਇਹ ਉਸ ਸਮੇਂ ਦਾ ਇੱਕ ਸੁਨਹਿਰੀ ਪਲ ਹੈ ਜਦੋਂ ਅਸੀਂ ਦੇਖਦੇ ਹਾਂ ਹਾਕਮ ਲੋਕ ਗਰੀਬ ਜਨਤਾ ਤੇ ਬੜੇ ਜ਼ੁਲਮ ਢਾਉਂਦੇ ਸਨ। ਧਰਮੀ ਲੋਕ ਹਾਕਮਾਂ ਦੀ ਮਦਦ ਕਰਕੇ ਗਰੀਬਾਂ ਨੂੰ ਹੋਰ ਤਸੀਹੇ ਦੇਣ ਲਈ ਆਪਣੇ ਫਰਮਾਨ ਜਾਰੀ ਕਰਵਾ ਦਿੰਦੇ ਸਨ। ਬਿਲਕੁਲ ਸਦਨਾ ਜੀ ਤੇ ਵੀ ਕੁਝ ਐਸੇ ਹੀ ਮਾਹੌਲ ਨੇ ਆਪਣੇ ਆਪ ਨੂੰ ਢਾਲਿਆ ਕਿ ਇਹਨਾਂ ਨੂੰ ਵੀ ਉਸ ਸਮੇਂ ਦੇ ਹਾਕਮਾਂ ਵੱਲੋਂ ਜਿਉਂਦੇ ਜੀ ਬਿਰਜ ਵਿੱਚ ਚੁਣਨ ਦਾ ਹੁਕਮ ਦੇ ਦਿੱਤਾ ਗਿਆ ਸੀ। ਜਿਵੇਂ ਭਗਤ ਕਬੀਰ ਜੀ, ਨਾਮਦੇਵ ਜੀ ਵਰਗੇ ਪੁਰਖਾਂ ਨੂੰ ਪਤਾ ਨਹੀਂ ਕੀ ਤਸੀਹੇ ਦਿੱਤੇ ਗਏ, ਪਰ ਉਹਨਾਂ ਨੇ ਇੱਕੋ ਹੀ ਬਚਨ ਕਹਿ ਦਿੱਤਾ ਸੀ ਕਿ ਉਹ ਵਾਹਿਗੁਰੂ ਪਰਮਾਤਮਾ ਦੀ ਮਿਹਰ ਬਖਸ਼ਿਸ਼ ਹੈ, ਹੁਣ ਸਾਨੂੰ ਇਹਨਾਂ ਲੋਕਾਂ ਦਾ ਡਰ ਨਹੀਂ। ਬਿਲਕੁਲ ਭਗਤ ਸਦਨਾ ਜੀ ਵੀ ਦੁਨੀਆ ਦੀ ਪਰਵਾਹ ਨਾ ਕਰਦੇ ਹੋਏ, ਮਾਲਿਕ ਇਹਨਾਂ ਲੋਕਾਂ ਨੂੰ ਕੀ ਪਤਾ ਹੈ ਕਿ ਮੈਂ ਇਹਨਾਂ ਕੋਲੋਂ ਡਰ ਜਾਵਾਂਗਾ, ਘਬਰਾ ਜਾਵਾਂਗਾ। ਫਿਰ ਤੇਰੀ ਸ਼ਰਨ 'ਚ ਆਉਣ ਦਾ ਲਾਭ ਇਹ ਕਿ ਜੇ ਇਹਨਾਂ ਲੋਕਾਂ ਕੋਲੋਂ ਅਸੀਂ ਡਰ ਕੇ ਭੈ ਵਿੱਚ ਇਹਨਾਂ ਦੀਆਂ ਹੀ ਗੱਲਾਂ ਮੰਨੀ ਜਾਈਏ, ਪ੍ਰਭੂ ਸਿਮਰਨ ਤਿਆਗ ਕੇ ਇਹਨਾਂ ਦੇ ਬਚਨ ਮੰਨ ਲਈਏ, ਨਹੀਂ ਮੈਂ ਤਾਂ ਤੇਰੀ ਸ਼ਰਨ ਧਾਰਨ ਕੀਤੀ ਹੈ। ਮੇਰੇ ਮਾਲਿਕ ਕਿਰਪਾ ਕਰੋ। ਇਹ ਭਗਤ ਜਨਾਂ ਦੀ ਆਪਣੀ ਮਹਾਨਤਾ ਹੈ। ਜਿਸ ਤਰ੍ਹਾਂ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਰੰਭ ਦੇ ਵਿੱਚ ਹੀ ਸਮਝਾ ਦਿੱਤਾ ਹੈ, ਨਿਰਪ ਕੰਨਿਆ ਕੇ ਕਾਰਨੇ ਇੱਕ ਭਇਆ ਭੇਖ ਧਾਰੀ, ਕਾਮਾ ਰਥੀ ਸੁਵਾਰਥੀ ਬਾਕੀ ਪੈਜ ਸਵਾਰੀ। ਹਿੰਦੁਸਤਾਨ ਦੇ ਪ੍ਰਾਂਤਨ ਧਰਮ ਗ੍ਰੰਥਾਂ ਵਿੱਚ ਕੁਝ ਅਜਿਹੀਆਂ ਘਟਨਾਵਾਂ ਸਾਖੀਆਂ ਦਾ ਜਿੱਥੇ ਜਿੱਥੇ ਵੀ ਕੋਈ ਇਕੱਠ ਸਮੇਲਨ, ਸੰਤ ਸਮੇਲਨ ਹੁੰਦਾ ਹੈ, ਜ਼ਿਕਰ ਚੱਲਦਾ ਰਹਿੰਦਾ ਹੈ। ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਵੀ ਕੁਝ ਐਸੀਆਂ ਕਹਾਣੀਆਂ ਨੂੰ
सतगुरु जी ने सन्मुख रख के जगत नूं समझाया है, भाई जे तां असीं वाहिगुरू परमात्मा की शरण लईए फिर सानू एक विश्वास बनता है कि असी उस परमात्मा की चरण शरण विच आके दुनियावी डर फिक्र चिंता जिहड़े हन वो त्याग देने हन। हर को नाम सदा सुखदाई। हरि परमात्मा का नाम ही सुख देने वाला है। और इस तो अगे सतगुरु तेग बहादुर साहिब जी ने भी कुछ उन्हां दा भगत जनां दा, कुछ विकारियां दा, कुछ अजिहे प्राणियां दा जिक्र किया है। जे सिमरत गनका सी उदरी, भाव जे सिमरत अजामल उदरे ओ गनका हु गत पाई। भाव अजामल वर्गे पापी नूं जग जानदा है, पर जदों संत पुरखां दी संगत होई, रब दा प्यार पिया, निमख माहे ने सतारा। परमेश्वर दे नाम नाल ही उहदे सारे अवगण पाप खत्म हो गए। प्रभु परमात्मा दा नाम अजिहा तीरथ है, जदों नाम तीरथ दे विच ये मन इशनान करेगा तां असीं कह सकते हाँ, रामदास सरोवर नाते सब उतरे पाप कमाते। कौन को कलंक रहे हो राम नाम कहत ही। कोई ऐसा ऐब अवगण विकार नहीं जेड़ा परमेश्वर दे नाम जल नाल दूर नहीं हो सकता। सगों भरीए मत पापां कै संग, वो धोपै नामै कै रंग। केवल ते केवल परमात्मा दे नाम नाल ही उतर सकते हैं। इत्थे भगत जी दसदे हन, हे वाहिगुरू मैं तेरे दर ते हाथ जोड़ के चरनां विच बेनती करदा हां कि जिन्हां ने तेरी शरण लई तूं उन्हां कामी स्वार्थी खुद गर्जियां दी भी पैज रख लई। भाव उन्हां दा मन विकारां तो हटा के पर उपकारां वाले पासे ला दिता। जगत ने वाल्मीकि नूं पता नहीं किहड़े किहड़े वचनां दे नाल तिरस्कारिया होवेगा, पर परमेश्वर प्यारियां दी संगत करदिआं उहदा सुभाअ साधु परोपकारी हो गया कि अज असीं धर्म ग्रंथां दे विच रचेता भी उन्हां नूं कह के रामायण वर्गे जिहड़े उपदेश देण वाले ग्रंथ हन उन्हां दे ज्ञाता बना दिता। प्रभ कै सिमरन रिध सिद्ध नौ निध, प्रभ कै सिमरन ज्ञान ध्यान तत बुद्ध। सच्चाई ये है जे मन भैड़े पासे तुर जावे, ये तुरदा तुरदा रसातल वल घटियापन कर्म करन लई सिरे ते चढ़ जाता है। जे ये मन प्रभु प्यारियां दी संगत करके गुरु दी मत दा धारनी बन जावे ते ये परोपकार करदा करदा महापुरखां दे विच श्रेष्ठ संत पुरखां वर्गा रूप धारण कर लैंदा है। फिर इनू असी कह सकते हाँ, मन तू जोत स्वरूप है अपना मूल पछाण। अपने मूल की पहचान कर लैंदा है। ते गरीब निवाज सतगुरु सच्चे पातशाह जी ने तो आप परमेश्वर नूं जो सर्ब पक्षी सर्ब गुणां दा मालिक दसदिआं अपनी होंद दर्शाई है कि किधरे अपने आप नूं गरीब किया है, किधरे अपने आप नूं अज्ञानी कह के मन जिहड़ा इधरले पासे भटकना विच पैण लई बड़ी छेती तैयार हुंदा है। मेरे मालिक मेरे ते एक किरपा करो। किरपा करके जदों तुसीं हृदय विच वस जावोगे, ऐसो गुण मेरो प्रभ जी कीन, पंच दोख अर अहंग रोग ये तन ते दूर सगल कीन। हे मेरे मालिक के सारे ही ਜਿਹੜੇ मन ਦੇ ਵਿੱਚ विकार अवगण ਹਨ, कदी ਇਹ ਹਉਮੈ ਵਿੱਚ, ਅਹੰਕਾਰ ਵਿੱਚ, ਕ੍ਰੋਧ ਦੇ ਵਿੱਚ, ਵਿਸ਼ੇ ਵਿਕਾਰਾਂ ਦੇ ਵਿੱਚ, ਨਸ਼ਿਆਂ ਦੇ ਵਿੱਚ ਗਲਤਾਨ ਹੁੰਦਾ ਹੈ, ਇਹਨਾਂ ਤੋਂ ਮੇਰੀ ਰੱਖਿਆ ਕਰੋ। ਇਹ ਬੜੇ ਬਲੀ ਮੰਨੇ ਹਨ। ਇਹਨਾਂ ਬਲੀਆਂ ਤੋਂ ਸਮਰੱਥ ਗੁਰੂ ਜੇ ਤੇਰੀ ਸ਼ਰਨ ਵਿੱਚ ਆ ਕੇ ਸ਼ੇਰ ਦੀ ਸਖਤ शरण में आ के भी
ये विषय विकार मैनू डराउंदे रहन तां की लाभ है, की फायदा है। इन्हां तो मेरी रखिया करो। ते ऐसा गुरुदेव सतगुरु जी ने समझाउणा कीता है। पंच विकार जेड़े हन, ये दुश्मन जेड़े हन, बिसर गई सब तात पराई, जब ते साध संगत मोह पाई, ना को बैरी नहीं बेगाना, सगल संग हमको बन आई। ये वैरी भी जेड़े दुश्मन भी सन, मित्र बन गए। भाव उस वेले पंच चोरे आगे भगे, जब साध संगेत, सत संगत दे विच आके इन्हां तो खैड़ा मिलदा है। इत्थे भगत जी ने प्रांतन उदाहरणां दे के, मेरे मालिक मैं सुनिया है एक खुद गर्जी स्वार्थी, भाव जिन्हां दे तुलना मेरी भी लोग करते हैं, वो तेरी शरण विच आया। भावें कि उसने लालच वस विच धार्मिक भेख धारण करके राजे दी पुत्री नूं विआउण दा उपराला कीता सी, पर अचनचेत मालिक उस राजे ते दूसरा फौजी राजा हमलावर हो गया। जित उसदी होई ते ओ जेड़ा मेरे वर्गा भेखी धर्मी भेख धार के गया सी, जान बचा के उथों भज गया। ते इत्थे भगत जी कह रहे हैं कि उन्हें खुद गर्जी वास्ते स्वार्थ वास्ते ही ये भेख धारण कीता सी, उहदे विच उहदा कोई धर्मी पुना नहीं सी। मेरे मालिक माधो हम ऐसे तू ऐसा, हम पापी तुम पाप खंडन नीको ठाकुर देसा। तुसी साडे चंगे मालिक हो, असी तां पापां नाल भरे औगणां नाल भरे हम। मेरे मालिक कृपा करो, तुम करो भला हम भला न जानो, तुम सदा सदा दयाला, तुम सुखदाई पुरख विधाते, तुम राखो अपने बाला। तुम निधान अटल सुल्तान, जी जंत सब जाचै, कहो नानक प्रभ इह हवाला, राख संतन के पासे। मेरे मालिक मैनू ये मेरा मन साध जना दे चरनां विच भाव रुलदा रहे, उन्हां दी चरण धूड़ लैंदा रहे, सतसंगी बनिया रहे। ते एक बेनती कीती है मालिक, जे ये कृपा कीती पर मेरा मन मूर्खां ते अगियानियां अधर्मियां दी संगत विच कदे ना जावे। सुटकी रे मन सुटकी रे, भाव इन्हां तो मेरा मन जेड़ा सदा तो सुट जावे। हे वाहिगुरू कृपा करो, मेरी इन्हां सागत लोगां नालों उल्टी भावना बनी रहे, इन्हां दा रस्ता अपना होवे, मैं संत मार्ग ते तुरदा रहा। मेरे मालिक प्रभु जी ये मेरे ते कृपा करो, जिवें उस कामा रथी स्वार्थी दी तुसां पैज रख लई, उन्होंने विकारां च डिग्गण तो बचा लिया। मेरे मालिक मेरे ते भी कृपा कर, मैं तेरी शरण विच आया हाँ। जे तेरी शरण विच आके मैनू विकार प्रबल करते रहन ते की लाभ की फायदा। भाव तब गुण कहाँ जगत गुरा, जो कर्म न नास। अजे भी लोग मैनू कोई कसाई कही जावे, कोई कुछ कही जावे, ये कर्म नाश नहीं हो सकते। मेरे मालिक तेरी शरण च आउण दा लाभ ही तां है कि जो मेरे ये जड़े अवगण भैड़े नाम ये खत्म हो जाण। सच है गरीब नवाज सतगुरु सच्चे पातशाह जी समझा रहे हैं, एक बूंद जल कारने चातरिक दुख पावे। इत्थे भगत सदना जी कह रहे हैं, मैं महापुरखां दी संगत करदिआं जो भी श्रेष्ठ पुरख सन, जदों भी संगत च बैठे हो एक गल क्या करते सन, भाई चातरिक दे कोल भावें बेअंत वरखा हुंदी होवे, उहदी उतना चिर तसल्ली नहीं जितना चिर उसनूं सवांती बूंद ना मिल जावे। ऐसा धन गुरु ग्रंथ साहिब महाराज जी ने सानू बेअंत पावन बचना राही समझाउणा कीता है। मेरा मन लोचै गुर दर्शन ताई, बिलप करे चातरिक की न्याई। त्रिखा न उतरे सांत न आवे, भाव उतना चिर त्रिखा प्यास बुझदी ही नहीं। हे मेरे मालिक इत्थे भगत जी कह रहे हैं, मैं सुनिया चातरिक बड़ा दुख पाउंदा है।
ਉਹਨੂੰ ਇੱਕ ਸਵਾਂਤੀ ਬੂੰਦ ਨਹੀਂ ਮਿਲਦੀ। ਤੇ ਇੱਥੇ ਵੀ ਭਗਤ ਜੀ ਨੇ ਫਿਰ ਬਚਨ ਕਹੇ, ਮੇਰੇ ਰੱਬ ਜੀ, ਜੇ ਉਹ ਤੁਹਾਡੀ ਸ਼ਰਨ ਵਿੱਚ ਆ ਕੇ ਇੱਕ ਬੂੰਦ ਦੀ ਮੰਗ ਕਰਦਾ ਹੈ, ਮਾਨੋ ਉਸ ਨੂੰ ਉਹ ਤ੍ਰਿਪਤੀ ਨਹੀਂ ਮਿਲੀ, ਬੂੰਦ ਨਹੀਂ ਮਿਲੀ, ਤੇ ਮਰਨ ਤੋਂ ਬਾਅਦ ਉਹਨੂੰ ਸਮੁੰਦਰ ਵੀ ਮਿਲ ਜਾਵੇ, ਸਾਗਰ ਭਾਵ ਪਰਮਾਤਮਾ ਜੋ ਸਰਬ ਗੁਣਾਂ ਦਾ ਮਾਲਿਕ ਹੈ ਮਿਲ ਜਾਵੇ, ਤੇ ਕਿਸ ਕੰਮ ਹੈ। ਭਾਵ ਹੇ ਮੇਰੇ ਮਾਲਿਕ ਵਾਹਿਗੁਰੂ, ਕਿਰਪਾ ਕਰ, ਏਕ ਬੂੰਦ ਜਲ ਕਾਰਣੇ ਚਾਤ੍ਰਿਕ ਦੁਖ ਪਾਵੈ, ਪ੍ਰਾਨ ਗਏ ਸਾਗਰ ਮਿਲੇ ਫੁਨ ਕਾਮ ਨ ਆਵੇ। ਭਾਵ ਜਿਵੇਂ ਭਗਤ ਜਨਾਂ ਨੇ ਕੋਈ ਮੁਕਤੀ ਮੰਗਦਾ ਸੀ ਆਪਣੇ ਆਪਣੇ ਵਿਚਾਰਾਂ ਅਨੁਸਾਰ, ਤੀਰਥਾਂ ਤੇ ਜਾ ਕੇ ਪਤਾ ਨਹੀਂ ਕੀ ਕੁਝ ਕਰੀਏ। ਕਈਆਂ ਨੇ ਤਾਂ ਇੱਥੋਂ ਤੱਕ ਪ੍ਰਚਾਰ ਕਰ ਦਿੱਤਾ ਕਿ ਆਸ ਦਾਨ, ਗਜ ਦਾਨ, ਸਹਿਜਾ ਨਾਰੀ, ਭੂਮ ਦਾਨ, ਐਸੋ ਦਾਨ ਨਿਤ ਨਿਤ ਕੀਜੈ। ਆਪਣੇ ਆਪ ਨੂੰ ਆਰਿਆਂ ਨਾਲ ਚਰਵਾ ਲੈਣਾ, ਸੋਨੇ ਚਾਂਦੀ ਹਾਥੀ ਹੀਰਿਆਂ ਦੇ ਦਾਨ ਵੀ ਕਰ ਦੇਣੇ, ਤੇ ਕੀ ਚੀਰਨ ਤੋਂ ਬਾਅਦ ਕਹਿ ਦੇਣਾ ਤੈਨੂੰ ਮੁਕਤੀ ਮਿਲ ਜਾਵੇਗੀ। ਭਗਤ ਜਨਾਂ ਨੇ ਸੱਚ ਇਹ ਹੈ ਕਿ ਇਸ ਭਗਤੀ ਲਹਿਰ ਨੇ ਵੀ ਸਾਡੇ ਦੇਸ਼ ਵਿੱਚ, ਸਮਾਜ ਵਿੱਚ ਬੜੀ ਕ੍ਰਾਂਤੀਕਾਰੀ ਲਹਿਰ ਪੈਦਾ ਕੀਤੀ ਸੀ। ਵੇਖੋ ਸਾਡੇ ਹੀ ਇਹ ਕਾਮਾਂ ਰਥੀ, ਭੇਖ ਧਾਰੀ, ਸਵਾਰਥੀ ਧਾਰਮਿਕ ਲੋਕਾਂ ਨੇ ਕਿਹੋ ਜਿਹੀਆਂ ਕਹਾਣੀਆਂ ਘੜ ਦਿੱਤੀਆਂ ਸਨ ਕਿ ਜਿਹੜਾ ਕਾਂਸੀ 'ਚ ਪ੍ਰਾਣ ਤਿਆਗੇਗਾ ਸਵਰਗ 'ਚ ਜਾਵੇਗਾ, ਜਿਹੜਾ ਹਡੰਬੇ ਮਗਹਰ ਦੀ ਧਰਤੀ ਤੇ ਪ੍ਰਾਣ ਤਿਆਗੇਗਾ ਗਧੇ ਦੀ ਜੂਨ, ਖੋਤੇ ਦੀ ਜੂਨ ਵਿੱਚ ਪਵੇਗਾ। ਤੇ ਲੋਕਾਂ ਨੇ ਸਭ ਕੁਝ ਦਾਨ ਕਰਕੇ ਇਹਨਾਂ ਥਾਵਾਂ ਤੇ ਆਰੇ ਲਗਾ ਦਿੱਤੇ, ਇਹਨਾਂ ਨੂੰ ਚੀਰ ਕੇ ਮਾਰ ਦੇਣਾ, ਤੇ ਇਹਨਾਂ ਦੀ ਪ੍ਰਾਪਰਟੀ ਜਾਇਦਾਦ ਇਹ ਸਵਾਰਥੀ ਖੁਦਗਰਜੀ ਲੋਕਾਂ ਨੇ ਸਾਂਭ ਲੈਣੀ। ਇਹ ਉਹਨਾਂ ਨੂੰ ਕਿ ਇਹਨਾਂ ਨੂੰ ਸੁਰਗ ਮਿਲ ਗਿਆ। ਭਗਤ ਕਬੀਰ ਜੀ ਨੇ ਜੀਵਤ ਸਮੇਂ ਵਿੱਚ ਰਹਿੰਦਿਆਂ ਹੀ ਇਹਨਾਂ ਦੇ ਵਿਰੁੱਧ ਆਵਾਜ਼ ਉਠਾਈ ਸੀ। ਉਹਨਾਂ ਦੇ ਬਚਨ ਸੁਣੀਏ, ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ, ਤੋ ਅਨ ਬਾਟ ਕਾਹੇ ਨਹੀਂ ਆਇਆ। ਜੋ ਵਹਿਮਾਂ ਭਰਮਾਂ ਕਰਮ ਕਾਂਡਾਂ ਜਾਤਾਂ ਪਾਤਾਂ ਬਾਰੇ ਇਹਨਾਂ ਮਹਾਂਪੁਰਖਾਂ ਨੇ ਆਵਾਜ਼ ਉਠਾਈ ਹੈ। ਭਾਵ ਅੱਜ ਵੀ ਕੋਈ ਆਵਾਜ਼ ਉਠਾਉਣ ਤੋਂ ਆਪਣੇ ਆਪ ਨੂੰ ਝਿਜਕ ਜਾਂਦੇ ਹਨ। ਭਗਤ ਕਬੀਰ ਜੀ ਕਾਂਸੀ ਦੇ ਹੀ ਰਹਿਣ ਵਾਲੇ, ਸਾਰਾ ਜੀਵਨ ਇਹਨਾਂ ਲੋਕਾਂ ਦੇ ਵਿਰੁੱਧ ਆਵਾਜ਼ ਉਠਾਉਂਦੇ ਰਹੇ ਕਿ ਤੇਰੇ ਵਿੱਚ ਕਿਹੜਾ ਦੁੱਧ ਹੈ ਤੇ ਸਾਡੇ ਵਿੱਚ ਕਿਹੜਾ ਖੂਨ ਹੈ, ਅਸੀਂ ਕਿਵੇਂ ਸ਼ੂਦਰ ਹੋ ਗਏ ਤੇ ਤੁਸੀਂ ਕਿਵੇਂ ਧਰਮੀ ਬਣ ਗਏ। ਫਿਰ ਜੀਵਾਂ ਦੀ ਹੱਤਿਆ ਕਰਨ ਵਾਲੇ ਲੋਗੋ, ਜੇ ਤੁਸੀਂ ਧਰਮੀ ਹੋ ਤੇ ਸਾਨੂੰ ਕਸਾਈਆਂ ਦੀ ਪਰਿਭਾਸ਼ਾ ਦੱਸ ਦੇਵੋ। ਜੀ ਬਦੋ ਸੋ ਧਰਮ ਕਰ ਥਾਪੋ, ਅਧਰਮ ਕਹੋ ਕਤ ਭਾਈ, ਆਪਸ ਕੋ ਮੁਨਵਰ ਕਰ ਥਾਪੋ, ਕਾਕੋ ਕਹੋ ਕਸਾਈ। ਜੇ ਕਰਮ ਕਰਨ ਵਾਲੇ ਭਾਵ ਭੇਖ ਧਾਰੀ ਧਰਮੀ ਹਨ ਤਾਂ ਫਿਰ ਸਾਨੂੰ ਦੱਸੋ ਧਰਮੀ ਦੀ ਕਸਾਈ ਦੀ ਪਰਿਭਾਸ਼ਾ ਕੀ ਹੈ। ਭਾਵ ਤੁਹਾਡੇ ਕੰਮ ਹੀ ਕਸਾਈਆਂ ਵਾਲੇ ਹਨ। ਕਹਿਣ ਤੋਂ ਭਾਵ ਇੱਥੇ ਭਗਤ ਜੀ ਨੇ ਬੜੇ ਪਿਆਰ ਨਾਲ ਸਮਝਾਉਣਾ ਕੀਤਾ ਹੈ। ਭਾਈ ਵੇਖੋ, ਸਗਲ ਜਨਮ ਸੇਵਪੁਰੀ ਗਵਾਇਆ। ਸਾਰਾ ਜੀਵਨ ਭਗਤ ਜੀ ਕਹੀ ਜਾਂਦੀ ਸੇਵਪੁਰੀ ਦੇ ਵਿੱਚ ਜੀਵਨ ਬਤੀਤ ਕਰਨ ਵਾਲੇ, ਸੰਤ ਪੁਰਖਾਂ ਦੀ ਸੰਗਤ ਕਰਨ ਵਾਲੇ, ਸੇਵਾ ਕਰਨ ਵਾਲੇ, ਸਿਮਰਨ ਕਰਨ ਵਾਲੇ ਮਹਾਂਪੁਰਖ ਨੇ ਇੱਕ ਬੜੇ ਵੱਡੇ ਪਖੰਡ ਨੂੰ ਜਗਤ ਵਿੱਚ ਨਸਰ ਕਰਨ ਦੇ ਲਈ ਬੜੇ ਪਿਆਰ ਦੇ ਨਾਲ ਮਰਤੀ ਬਾਰ ਮਗਹਰ ਉੱਠ ਆਇਆ। ਆਖਰੀ ਸਮਾਂ ਮਗਹਰ ਦੀ ਧਰਤੀ ਤੇ ਆਣ ਕੇ ਜਦੋਂ ਬੈਠ ਜਾਂਦੇ ਹਨ, ਲੋਕਾਂ ਨੇ ਬੜੀ ਗੱਲ ਕਹੀ। ਕਹਿਣ ਲੱਗੇ ਭਗਤ ਕਬੀਰ ਜੀ ਕਮਲੇ ਹੋ ਗਏ ਹਨ, ਇਹਨਾਂ ਨੇ ਜਾ ਕੇ ਨਰਕਾਂ ਦੇ ਵਿੱਚ ਵਾਸਾ ਕਰਨਾ ਹੈ ਕਿ ਮਗਹਰ ਵਿੱਚ ਚਲੇ ਗਏ ਹਨ। ਪਰ ਉਹਨਾਂ ਨੇ ਇੱਕ ਗੱਲ ਬੜੀ ਪਿਆਰ ਨਾਲ ਕਹੀ, ਭਾਈ ਮੈਂ ਸੱਚ ਦੱਸਾਂ, ਇਹਨਾਂ ਲੋਕਾਂ ਦੇ ਅੰਧ ਵਿਸ਼ਵਾਸਾਂ ਵਿੱਚ ਨਾ ਆਵੋ। ਭਗਤ ਜਨਾਂ ਨੇ ਜੀਵਨ ਮੁਕਤੀ ਪ੍ਰਮਾਤਮਾ ਦੇ ਨਾਮ ਨਾਲ ਪਾ ਲਈ ਹੈ। ਭਾਵ ਮਰਨ ਤੋਂ ਬਾਅਦ ਉਹ ਮੁਕਤੀ ਕਾਹਦੀ ਜਿਹੜੀ ਸਾਡੇ ਕਿਸੇ ਕੰਮ ਨਹੀਂ ਆਉਣੀ। ਅਸੀਂ ਜਿਉਂਦੇ ਹੀ ਜੀ ਇਹਨਾਂ ਦੇ ਵਹਿਮਾਂ ਭਰਮਾਂ ਡਰਾਂ ਤੋਂ ਕਰਮ ਕਾਂਡਾਂ ਤੋਂ ਮੁਕਤ ਹੋ ਚੁੱਕੇ ਹਾਂ। ਤੇ ਉਹਨਾਂ ਨੇ ਬੜੇ ਪਿਆਰ ਨਾਲ ਇਹ ਬਚਨ ਕਹੇ ਕਿ ਮਨੋ ਕਠੋਰ ਮਰੇ ਬਨਾਰਸ। ਮਨ ਦਾ ਕਠੋਰ, ਪਾਪੀ ਕਪਟੀ ਭੇਖ ਧਾਰੀ
ਜਿਹਦੇ ਦੇ ਮਨ ਵਿੱਚ ਕੋਈ ਗਰੀਬਾਂ ਬਾਰੇ ਹਮਦਰਦੀ ਨਹੀਂ, ਪਿਆਰ ਨਹੀਂ, ਭਾਵੇਂ ਉਹ ਬਨਾਰਸ ਵਿੱਚ ਵੀ ਕਿਉਂ ਨਾ ਮਰ ਜਾਵੇ। ਮਨੋ ਕਠੋਰ ਮਰੇ ਬਨਾਰਸ, ਨਰਕ ਨਾ ਬਾਂਚਿਆ ਜਾਈ। ਦੁਨੀਆ ਦੀ ਕੋਈ ਤਾਕਤ ਉਹਨੂੰ ਨਰਕਾਂ ਦੀ ਮਾਰ ਤੋਂ ਬਚਾ ਨਹੀਂ ਸਕਦਾ। ਫਿਰ ਦੂਸਰੇ ਭਜਨ ਕਰੇ ਹਰ ਕਾ ਸੰਤ, ਪਰਮੇਸ਼ਵਰ ਦੀ ਭਜਨ ਬੰਦਗੀ ਕਰਨ ਵਾਲਾ, ਪ੍ਰਭੂ ਦਾ ਪਿਆਰਾ, ਮਨੁੱਖਤਾ ਦਾ ਸੇਵਕ ਸੇਵਾਦਾਰ। ਜੇ ਉਹ ਹੜੰਬੇ ਦੀ ਧਰਤੀ 'ਚ ਵੀ ਪ੍ਰਾਣ ਤਿਆਗਦਾ ਹੈ, ਆਪ ਹੀ ਨਹੀਂ ਸਗਲੀ ਸੈਨ ਤਰਾਈ। ਹਰ ਕਾ ਸੰਤ ਮਰੇ ਹੜੰਬੈ, ਤਾਂ ਸਗਲੀ ਸੈਨ ਤਰਾਈ। ਕਿਤਨਾ ਲੋਕਾਂ ਦੇ ਮਨਾਂ ਵਿੱਚੋਂ, ਲੋਕਾਂ ਵੱਲੋਂ ਤਾਂ ਖੁਦਗਰਜ਼ੀਆਂ ਵੱਲੋਂ ਪਾਏ ਹੋਏ ਡਰ ਨੂੰ ਭਗਤ ਜਨਾਂ ਨੇ ਮੁਕਤ ਕਰਾਇਆ ਹੈ। ਤੇ ਭਜਨ ਕਹੇ ਹਨ ਭਾਈ, ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮ ਨਾ ਆਵੇ। ਪ੍ਰਾਣਾ ਤੋਂ ਬਾਅਦ ਕਿਸੇ ਨੂੰ ਅਸੀਂ ਇਹ ਕਹੀਏ ਜੀ ਉਹ ਸੱਚਖੰਡੀ ਚਲਿਆ ਗਿਆ ਹੈ, ਸਵਰਗਵਾਸੀ ਕਿੱਥੇ ਗਿਆ ਹੈ, ਉਹ ਅਸੀਂ ਨਹੀਂ ਕਹਿ ਸਕਦੇ, ਪਰ ਉਹ ਕਿਸੇ ਕੰਮ ਨਹੀਂ। ਜੇ ਜਿਉਂਦੇ ਜੀ ਮਨੁੱਖ ਨੇ ਆਪਣਾ ਘਰ ਜਿੱਥੇ ਉਹ ਰਹਿ ਰਿਹਾ ਹੈ, ਭਾਵ ਉਹਦਾ ਪਰਿਵਾਰ, ਬੱਚੇ ਪਰਮੇਸ਼ਰ ਨਾਲ ਜੁੜੇ ਹਨ, ਪ੍ਰਭੂ ਦੀ ਭਜਨ ਬੰਦਗੀ ਕਰਦੇ ਹਨ, ਗਰੀਬਾਂ ਦੁਖਿਆਰਿਆਂ ਦੇ ਦੁੱਖ ਵੰਡਾਉਣ ਲਈ ਤਿਆਰ ਬਰ ਤਿਆਰ ਰਹਿੰਦੇ ਹਨ, ਭਾਈ ਉਹ ਤਾਂ ਜਿਉਂਦੇ ਹੀ ਘਰ ਵੀ ਸਵਰਗ ਦੇ ਸਮਾਨ ਹੈ। ਉਹ ਤਾਂ ਅਸੀਂ ਕਹਿ ਸਕਦੇ ਹਾਂ ਸੱਚਖੰਡ ਦੇ ਵਾਸੀ ਹਨ। ਤੇ ਨਾਲ ਹੀ ਭਾਈ ਜਿਸ ਘਰ ਦੇ ਵਿੱਚ ਨਸ਼ਿਆਂ ਨੇ, ਵਿਕਾਰਾਂ ਨੇ, ਲੜਾਈਆਂ ਝਗੜਿਆਂ ਨੇ ਡੇਰੇ ਲਾਏ ਹੋਣੇ, ਹੁਣ ਉਸ ਘਰ ਨੂੰ ਅਸੀਂ ਨਰਕ ਹੀ ਕਹਿ ਸਕਦੇ ਹਾਂ। ਭਾਵ ਕਿ ਉਸ ਘਰ ਦੇ ਵਿੱਚ ਰਹਿਣਾ ਕੀ ਸਾਹ ਲੈਣਾ ਵੀ ਮੁਸ਼ਕਲ ਹੋ ਜਾਵੇਗਾ। ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ ਪਾਵਨ ਉਪਦੇਸ਼ ਬਖਸ਼ਿਸ਼ ਕੀਤੇ, ਇਸ ਘਰ ਦੇ ਵਿੱਚ ਹੀ ਇਸ ਨੂੰ ਸੁਖਦਾਈ ਬਣਾਉਣ ਦੇ ਲਈ ਕਿਰਤ ਕਰੋ, ਨਾਮ ਜਪੋ, ਵੰਡ ਕੇ ਸਕੋ, ਭਲਾ ਸਰਬੱਤ ਦਾ ਮੰਗੋ। ਔਰ ਵਿੱਚ ਦੁਨੀਆ ਸੇਬ ਕਮਾਈ ਹੈ, ਤਾਂ ਦਰਗਾਹ ਬੈਸਣ ਪਾਈ। ਫਿਰ ਦੂਸਰੇ ਭਜਨ ਵਿੱਚ ਭਗਤ ਜੀ ਨੇ ਫਿਰ ਪਿਆਰ ਨਾਲ ਸਮਝਾਇਆ, ਪ੍ਰਾਨ ਜੋ ਥਾਕੇ ਥਿਰ ਨਹੀਂ, ਕੈਸੇ ਬਿਰਮਾਵੋ। ਹੇ ਵਾਹਿਗੁਰੂ, ਅਰਦਾਸਾਂ ਬੇਨਤੀਆਂ ਕਰਦਿਆਂ, ਤਰਲੇ ਲੈਂਦਿਆਂ ਕੋਈ ਡੁੱਬਦਾ ਹੋਇਆ ਪ੍ਰਾਣੀ ਕੀ ਨਹੀਂ ਤਰਲੇ ਲੈਂਦਾ, ਹੱਥ ਪੈਰ ਮਾਰਦਾ ਹੈ ਔਰ ਆਪਣੀ ਜਾਨ ਦੇ ਲਈ ਤਰਲੇ ਲੈਂਦਾ ਹੈ। ਜੇ ਤਾਂ ਕੋਈ ਸਮੇਂ ਸਿਰ ਪਹੁੰਚ ਕੇ ਉਹਨੂੰ ਬਚਾ ਲਵੇ, ਉਹਦਾ ਜੀਵਨ ਬਚ ਜਾਂਦਾ ਹੈ। ਬੂਢਤ ਕੋ ਜੈਸੇ ਬੇੜੀ ਮਿਲਤ, ਡੁੱਬਦੇ ਨੂੰ ਬੇੜੀ ਮਿਲ ਜਾਵੇ, ਉਹਨੂੰ ਨਵਾਂ ਜਨਮ, ਨਵਾਂ ਜੀਵਨ ਮਿਲ ਜਾਂਦਾ ਹੈ। ਪਰ ਜੇ ਮਰਨ ਤੋਂ ਬਾਅਦ ਬੇੜੀ ਮਿਲੇ ਤਾਂ ਉਸ ਵਿਚਾਰੇ ਨੂੰ ਕੀ ਲਾਭ। ਸਤਿਗੁਰੂ ਜੀ ਸਮਝਾ ਰਹੇ ਹਨ, ਪ੍ਰਾਨ ਜੋ ਥਾਕੇ ਥਿਰ ਨਹੀਂ। ਹੇ ਮੇਰੇ ਵਾਹਿਗੁਰੂ, ਤੇਰੀ ਮਿਹਰ ਨੂੰ ਉਡੀਕ ਉਡੀਕ ਕੇ ਤਰਲੇ ਲੈ ਰਿਹਾ ਹਾਂ, ਕਿਰਪਾ ਕਰੋ ਬਸੋ ਹਿਰਦੇ ਹਰ ਨੀਤ। ਤੁਹਾਡਾ ਪਿਆਰ ਹਿਰਦੇ ਵਿੱਚ ਵਸ ਜਾਵੇ ਤੇ ਮੇਰੇ ਮਾਲਿਕ, ਜੇ ਤਾਂ ਵਸ ਗਿਆ ਮੇਰਾ ਜੀਵਨ ਸਫਲ ਹੈ। ਭਾਵ ਕਿ ਮੇਰਾ ਮਨ ਜਿਹੜਾ ਕਈ ਵਾਰੀ ਬੇਨਤੀਆਂ ਕਰ ਕਰਕੇ ਅੱਕ ਥੱਕ ਜਾਂਦਾ ਹੈ, ਮੇਰੇ ਮਾਲਿਕ ਮੇਰੇ ਤੇ ਕਿਰਪਾ ਕਰੋ। ਪ੍ਰਾਨ ਜੋ ਥਾਕੇ ਥਿਰ ਨਹੀਂ, ਕੈਸੇ ਬਿਰਮਾਵੋ। ਕਿਵੇਂ ਮਨ ਨੂੰ ਧੀਰਜ ਮਿਲੇ। ਭਾਵ ਮੇਰਾ ਮਨ ਡਾਮਾਡੋਲ ਵਿੱਚ ਹੋ ਗਿਆ ਹੈ। ਹਮ ਬੂਢਤ ਬੇੜੀ ਪਾਪ ਭਰੀ ਹੈ। ਪਤਾ ਨਹੀਂ ਕਿਸ ਵੇਲੇ ਨੂੰ ਝੁਲਕਾ ਆਉਣਾ, ਸਾਗਰ ਵਿੱਚ ਡੁੱਬ ਜਾਣੇ ਹੈ। ਗੁਰ ਤਾਰ ਤਾਰਨ ਹਾਰਿਆ, ਸਮਰੱਥ ਗੁਰੂ ਮੇਰਾ ਕਰਕੇ ਜਿਵੇਂ ਮੱਖਣ ਸਾਹ ਦੇ ਬੇੜੇ ਨੂੰ ਡੁੱਬਦੇ ਨੂੰ ਪਾਰ ਲਾਇਆ ਸੀ, ਮੇਰੇ ਤੇ ਵੀ ਕਿਰਪਾ ਕਰ ਦੇਵੋ। ਭਾਵ ਮੇਰੇ ਤੇ ਵੀ ਕਿਰਪਾ ਕਰੋ। ਇਹ ਅੰਮ੍ਰਿਤ ਬਾਣੀ ਸਾਨੂੰ ਵਾਹਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰਨ ਦੀ ਜਾਚ ਸਿਖਾ ਰਹੀ ਹੈ ਕਿ ਮੇਰੇ ਮਾਲਿਕ ਕਿਰਪਾ ਕਰੋ। ਬੂਢ ਮੂਏ ਨੌਕਾ ਮਿਲੇ। ਹੁਣ ਦੇਖੋ, ਮੁਆਫ ਕਰਨਾ ਕਿ ਮੈਂ ਇਹ ਭਜਨ ਆਪ ਜੀ ਨਾਲ ਸਾਂਝੇ ਕਰ ਰਿਹਾ ਹਾਂ। ਗੁਰੂ ਕੇ ਵਿਦਵਾਨ ਕੀਰਤਨੀਏ ਵਿਦਵਾਨ ਪੁਰਖ ਸਮੇਂ ਸਮੇਂ ਤੇ ਜਦੋਂ ਵੀ ਕਿਤੇ ਗੁਰਮਤਿ ਸਮਾਗਮ ਜਾਂ ਗੁਰਪੁਰਬ ਹੁੰਦੇ ਹਨ, ਇੱਕ ਬੇਨਤੀ ਕਰਦੇ ਹਨ ਕਿ ਭਾਈ ਐਤਵਾਰ ਇਸ ਪਾਵਨ ਸਥਾਨ ਤੇ ਅੰਮ੍ਰਿਤ ਸੰਚਾਰ ਹੁੰਦਾ ਹੈ।
बुधवार धन गुरु तेग बहादुर साहिब जी के चरणों में अमृत संस्कार की सेवा चल रही है। अमृत तैयार हुंदा है, अमृत छको। सिंह सजो श्री गुरु ग्रंथ साहिब जी के चरनी लगो। आप लगे हो, साडे माता पिता ने इस रस्ते ते जोड़िया। अज असी उन्हां दी बदौलत गुरु चरणों में बैठे हाँ ते अगों अपने बच्चों नूं जो साडे बजुर्ग रास पूंजी दे के गए हैं, फैक्ट्रियां, कोठियां, कारां, जायदादां असी बच्चों के नाम ते कर जाते हैं। पर की कारण है? ये नाम धन की दात अपने बच्चों नूं देण तो इनकारी हो रहे हैं। बच्चे केस कतल करा रहे हैं, नशियां वाले पासे जा रहे हैं, भैड़ी संगत च जा रहे हैं। क्यों जा रहे हैं? किते अपनी जिम्मेवारी समझिए कि जिवें साडे बजुर्गां ने सानू गुरु चरनां नाल जोड़िया है, असीं उन्हां नूं क्यों नहीं लिया रहे। ते कई विचारे यही कहंदे कहंदे जी अजे जवानी दी उम्र है, अमृत की सकना है। जिहड़ी ज़्यादा विदवता, चतराइयां, सियाणपां मन नूं इस पासे आउणी नहीं देणगे। चलो जवानी विच नहीं सकिया, विआह होया, हुण ते जी रिश्तेदारां च जाना पैंदा है, अमृत नूं की सकना है। बहानेबाजियां देखो, जरा जोबन भाव जवानी भी बतीत गई, बजुर्गी भी बतीत गई, चित अजे भी अमृत सकन नूं नहीं करदा। ते ओह प्राणी प्राण त्याग देवे ते ओह घर दे कहण जी 5 प्यारे लियावो, इहदे मूँह विच अमृत पावो, ये मुक्त हो जावेगा, मुआफ करना। अज जो धन गुरु ग्रंथ साहिब जी की अमृत बाणी ये प्रेरणा दे रही है। प्राण जो थाके थिर नहीं, कैसे बिरमावो, बूढ़ मुए नौका मिले, काहे काहे चढ़ावो। हुण डुबे हुए प्राणी नूं बेड़ी ते चढ़ा के बाहर कढ़ देवोगे, की फायदा है? कोई लाभ नहीं। अमृत सको, अमृत वेले उठो, अपने जीवन नूं अमृतमई बनावो। बाद दे जिहड़े धर्म कर्म हन वो असीं भावें कई वारी बजुर्गां दे कहण ते कर लईए, सियाणियां दे कहण ते कर दईए, साधु संत महात्मा दे कहण ते कर दईए, मुआफ करना गुरु नहीं मनदा। सतगुरु जी तां ये वचन प्यार नाल समझाउंदे हन, भाई अमृत पीवो सदा चिर जीवो, हर सिमर आनंद अनंता। रंग तमाशा पूर्ण आशा, कबू न व्यापे चिंता। चिंतावां तो रहत हो जावोगे तां जिउंदे जी जो सतगुरु जी दी अमृत बाणी नाल जुड़ के अपना जीवन सवार लेवो। ते ओह यही वचन कहणगे, राज न चाहो मुगत न चाहो, मन प्रीत चरण कमलारे। बूढ़ मुए नौका मिले, काहो काहे चढ़ावो। भगत जी कह रहे हैं, मालिक मन लवो मैं विकारां विच ही मर जावांगा, मेरा जीवन खत्म हो जावे ते बाद दे विच भाव मैनू कोई बेड़ी ते चढ़ा देवे, उहदा की लाभ है। मेरे मालिक जिउंदे जी मेरे ते किरपा करो। भगत जना ने इस गल बारे बड़े प्यार विस्तार नाल दर्शाया। कत जाइए रे घर लागो रंग, मेरा चित न चले मन भयो पंग। एक दिवस मन भई उमंग, घस झूआ चंदन बहुत सुगंध। पूजन चाली ब्रह्म ठाए, सो ब्रह्म बतायो गुरु मन ही माहे। जिहदी पूजा करन लई बाहर जाना सी, मेरे गुरुदेव ने कहा, भाई पूजा कीचै नाम ध्याईए, बिन नामे पूजना होए। घर बैठिया उस वाहिगुरु जी का सिमरन करो, ਉਹਦੇ चरनां विच चित जोड़िए ते ਉਹ वाहिगुरु सानू अपने चरनां नाल मिला लेवेगा। ਉਹ बलिहार जाइए ऐसे गुरु तो जो विछड़िया मेले प्रभु हर दरगाह का बैसीठ। हुण भगत जी बड़े प्यार नाल समझाउंदे हन, मैं नाही कस हां नाही, किस आहे न मोरा, अवसर लज्जा राख ले हो, सदना जन तोरा। हे वाहिगुरु प्रभु परमात्मा जी, मेरी कोई पाया नहीं। मैं कहा मैं बड़ा ताकतवर हाँ, मैं बड़ा शक्तिवान हाँ, मैं बहुत धनवान भजनीक हाँ, मेरे मालिक मेरे विच कुछ नहीं। ऐसा सतगुरु गुरु रामदास साहब पिता जी ने बड़े प्यार नाल समझाया है। होवेगा कईयां नूं माण अपनी ताकत ते, अपनी विदवता ते, अपनी शक्ति ते, कैसे ही जोर
ਅਹੰਕਾਰ ਬੋਲਣ ਕਾ। ਬੋਲਣ ਦਾ ਵੀ ਅਹੰਕਾਰ ਕਈ ਵਾਰੀ ਸਾਨੂੰ ਲੈ ਬੈਠਦਾ ਹੈ। ਕਿਸ ਹੀ ਜੋਰ ਦੀ ਬਾਨ ਮਾਇਆ ਕਾ। ਕੋਈ ਆਪਣੀ ਮਾਇਆ ਦੇ ਬਲ ਬੂਤੇ ਹੀ ਉੱਡਿਆ ਫਿਰਦਾ ਹੈ। ਤੇ ਉੱਥੇ ਗੁਰਦੇਵ ਜੀ ਸਮਝਾਉਂਦੇ ਹਨ, ਮੈਂ ਹਰ ਬਿਨ ਟੇਕ ਧਰ ਅਵਰ ਨ ਕਾਈ, ਤੂੰ ਕਰਤੇ ਰਾਖ ਮੈਂ ਨਿਮਾਣੀ ਹੈ। ਹੇ ਵਾਹਿਗੁਰੂ, ਮੈਂ ਤਾਂ ਨਿਮਾਣਾ ਹਾਂ। ਕਾਹਦਾ ਮਾਣ ਕਰੀਏ? ਇਹ ਤਾਂ ਤਨ ਵੀ ਮੇਰਾ ਨਹੀਂ, ਮਨ ਵੀ ਮੇਰਾ ਨਹੀਂ, ਤੇ ਧਨ ਵੀ ਇਹ ਸਰੀਰ ਨਾਲ ਕਮਾਇਆ ਉਹ ਕਿਵੇਂ ਮੇਰਾ ਹੋ ਜਾਵੇਗਾ। ਜਿਸ ਕਾ ਤਨ ਮਨ ਧਨ ਸਭ ਤਿਸ ਕਾ। ਧਨ ਵੀ ਉਸ ਵਾਹਿਗੁਰੂ ਪਰਮੇਸ਼ਰ ਦਾ ਹੈ, ਤਨ ਤੇ ਮਨ ਵੀ ਉਸੇ ਦੀ ਬਖਸ਼ੀ ਦਾਤ ਹੈ। ਤੇ ਸੋਈ ਸੁਗੜ ਸੁਜਾਨੀ, ਤਿਨ ਹੀ ਸੁਣਿਆ ਦੁਖ ਸੁਖ ਮੇਰਾ, ਤਉ ਬਿਧ ਨੀਕੀ ਖਟਾਨੀ। ਜੀ ਕੀ ਇੱਕ ਹੀ ਪਹਿਮਾਨੀ, ਅਵਰ ਯਤਨ ਕਰ ਰਹੇ ਬਹੁ ਤੇਰੇ, ਤਿਨ ਤਿਲ ਨਹੀਂ ਕੀਮਤ ਜਾਨੀ। ਬੜੇ ਯਤਨ ਕੀਤੇ ਹਨ, ਪਰ ਤਿਲ ਮਾਤਰ ਵੀ ਹੇ ਵਾਹਿਗੁਰੂ ਉਹਨਾਂ ਦੀ ਕੀਮਤ ਉਹ ਤੇਰੀ ਨਹੀਂ ਪੈ ਸਕੇ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਮੇਰੇ ਮਾਲਕ ਮੇਰੀ ਕੋਈ ਪਾਇਆ ਨਹੀਂ, ਮੈਂ ਤਾਂ ਇੱਕੋ ਹੀ ਭਜਨ ਕਹਿ ਰਿਹਾ ਹਾਂ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਤੁਹਾਡੀ ਸ਼ਰਨ ਵਿੱਚ ਆਏ ਹਾਂ, ਪੈਜ ਰੱਖੋ। ਮੈਂ ਨਾਹੀਂ ਕਸ ਹਾਉ ਨਹੀਂ, ਕਿਸ ਆਹੇ ਨ ਮੋਰਾ, ਅਵਸਰ ਲੱਜਾ ਰਾਖ ਲਿਓ, ਸਦਨਾ ਜਨ ਤੋਰਾ। ਹੇ ਵਾਹਿਗੁਰੂ, ਮੈਨੂੰ ਇੱਕੋ ਹੀ ਆਸ ਹੈ ਕਿ ਮੈਂ ਤੇਰਾ ਦਾਸ ਹਾਂ, ਤੂੰ ਹੀ ਮੇਰੀ ਲਾਜ ਪੈਜ ਰੱਖ ਸਕਦਾ ਹੈ, ਮੈਨੂੰ ਬਚਾ ਲੈ। ਰੱਖੋ ਆਪਣੀ ਸ਼ਰਨ ਪ੍ਰਭ ਮੋਹਿ ਕਿਰਪਾ ਧਾਰੇ, ਸੇਵਾ ਕਿਸੂ ਨ ਜਾਨੂ ਨੀਚ ਮੂਰਖ ਹਾਰੇ। ਹਮ ਅਪਰਾਧੀ ਸਦ ਭੂਲ ਤੇ ਤੁਮ ਬਖਸ਼ਣ ਹਾਰੇ, ਤੁਮ ਕਰੋ ਦਇਆ। ਹੇ ਵਾਹਿਗੁਰੂ, ਦਇਆ ਕਰੋ ਤੇ ਤੁਸੀਂ ਸਾਨੂੰ ਅਗਿਆਨੀਆਂ ਨੂੰ ਪਾਪੀਆਂ ਨੂੰ ਤਾਰ ਲਵੋ। ਆਪਣੀ ਸੰਗਤ ਵਿੱਚ ਆਪਣੇ ਚਰਨਾਂ ਵਿੱਚ ਬਿਠਾ ਕੇ ਪਾਵਨ ਉਪਦੇਸ਼ ਬਖਸ਼ ਕੇ ਭੱਜੇ ਜਾਂਦੇ ਮਨ ਨੂੰ ਆਪਣੇ ਚਰਨਾਂ ਨਾਲ ਜੋੜ ਲਵੋ ਤੇ ਇਹ ਜੀਵਨ ਸੁਵਰ ਸਕਦਾ ਹੈ। ਮਨ ਵਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ। ਤੇਰੀ ਕਿਰਪਾ ਦੇ ਨਾਲ ਹੀ ਇਹ ਮਨ ਤੇਰੇ ਚਰਨਾਂ 'ਚ ਜੁੜ ਸਕਦਾ ਹੈ। ਇਹ ਅਰਦਾਸ ਕਰੀਏ ਮੇਰੇ ਮਾਲਕ ਪ੍ਰਭੂ, ਆਪਣੇ ਪਿਆਰਿਆਂ ਦੀ ਸੰਗਤ ਅਸੀਂ ਰੋਜ਼ਾਨਾ ਹੀ ਅਰਦਾਸ ਕਰਦੇ ਹਾਂ। ਅਰਦਾਸ ਦੀ ਸੰਪੂਰਨਤਾ ਸਮੇਂ ਵੀ ਇਹ ਭਜਨ ਕਹੇ ਜਾਂਦੇ ਹਨ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ। ਉਹਨਾਂ ਦੇ ਨਾਲ ਨਹੀਂ ਮਿਲਾਉਣਾ ਜਿਨ੍ਹਾਂ ਨਾਲ ਪਦਵੀਆਂ ਜ਼ਿਆਦਾ ਆ ਜਾਣ, ਜਿਨ੍ਹਾਂ ਨੂੰ ਮਿਲਣ ਨਾਲ ਧਨ ਦੌਲਤ ਜ਼ਿਆਦਾ ਜਾਵੇ, ਜਿਨ੍ਹਾਂ ਨੂੰ ਮਿਲਣ ਨਾਲ ਨਸ਼ਿਆਂ ਦੇ ਠੇਕੇ ਜਿਹੜੇ ਹਨ ਉਹ ਜ਼ਿਆਦਾ ਆ ਜਾਣ, ਜਾਂ ਵਿਕਾਰਾਂ ਦੇ ਦਰ ਜਿਹੜੇ ਹਨ ਭਾਵ ਉਸ ਪਾਸੇ ਲੈ ਜਾਣ। ਉਹਨਾਂ ਦੀ ਯਾਦ ਕਦੇ ਨਾ ਆਵੇ। ਜੇ ਆਵੇ ਤਾਂ ਤੇਰਾ ਨਾਮ ਚੇਤੇ ਆ ਜਾਵੇ। ਤੇਰੇ ਨਾਮ ਨਾਲ ਜੁੜ ਕੇ ਸਾਡਾ ਜੀਵਨ ਉਧਾਰ ਹੋ ਸਕਦਾ ਹੈ। ਭੁੱਲਾਂ ਦੀ ਖਿਮਾ ਬਖਸ਼ ਦੇਣੀ। ਧੰਨ ਧੰਨ ਬਾਲਾ ਪ੍ਰੀਤਮ ਸਤਿਗੁਰੂ ਸੱਚੇ ਪਾਤਸ਼ਾਹ ਜੀਓ, ਆਪ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ, ਸੇਵਾ ਕਰਦਿਆਂ, ਸਿਮਰਨ ਕਰਦਿਆਂ ਸਤ ਸੰਗੀਆਂ ਵੱਲੋਂ ਜੋ ਪਿਆਰ ਸਨਮਾਨ ਆਇਆ ਹੈ, ਸੇਵਾ ਥਾਂ ਪਾਉਣੀ, ਖਜ਼ਾਨੇ ਭਰਪੂਰ ਕਰਨੇ। ਦਰੋਂ ਕਰੋ ਗੁਰਮਤ ਸੁਮਤ ਸਿੱਖੀ ਸਿਦਕ ਨਾਮ ਬਾਣੀ ਦਾ ਪਿਆਰ ਬਖਸ਼ਿਸ਼ ਕਰ ਆਪਣੇ ਚਰਨੀ ਲਾਈ ਰੱਖਣਾ। ਭੁੱਲਾਂ ਦਾਸ ਦੀਆਂ ਸਮਝ ਕੇ ਖਿਮਾ ਕਰ ਦੇਣੀਆਂ। ਉਪਦੇਸ਼ ਬਾਲਾ ਪ੍ਰੀਤਮ ਸਤਿਗੁਰੂ ਜੀ ਦੇ ਦਰ ਦੀ ਬਖਸ਼ਿਸ਼ ਸਮਝ ਕੇ ਦੁੱਖ ਪਰ ਹਰ, ਸੁਖ ਘਰ ਲੈ ਜਾਏ, ਸੁਖ ਘਰ ਲੈ ਜਾਣੇ। ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।